Hello plus 2 class. Today we are going to start with an appraisal of LPG policies. Appraisal, we are doing the positive as well as negative point under the appraisal. Appraisal बहुत important है ਤੁਹਾਡੇ examination point of view ਦੇ ਨਾਲ ਵੀ. First is they have given the merits of LPG, liberalization, privatization and globalization. First is vibrant economy. LPG ਦੇ ਕਰਕੇ ਸਾਡੀ ਜਿਹੜੀ ਇਕੋਨਮੀ ਹੈ ਉਹਦੀ GDP ਜਿਹੜੀ ਹੈ ਬਹੁਤ ਜ਼ਿਆਦਾ ਗਰੋ ਕਰਨੀ ਸ਼ੁਰੂ ਕਰ ਦਿੱਤੀ ਐਂਡ ਇਟ ਸ਼ੂਟਸ ਅਪ ਟੂ ਦਾ 8%. ਇੰਨੀ ਜ਼ਿਆਦਾ ਹੋਈ ਸੀਗੀ ਕਿ ਸਾਡੇ ਕੋਲ 8% ਤੱਕ ਪਹੁੰਚ ਗਈ ਡਿਊ ਟੂ ਦਾ LPG policies. Second, stimulate to industrial production. ਇੰਡਸਟਰੀਅਲ ਪ੍ਰੋਡਕਸ਼ਨ ਹੈ ਜਿਹੜੀ ਸਾਡੀ ਰਾਈਜ਼ ਕਰਨੀ ਸਟਾਰਟ ਕਰ ਦਿੱਤੀ ਡਿਊ ਟੂ ਦ ਲਿਬਰਲਾਈਜੇਸ਼ਨ ਐਂਡ ਪ੍ਰਾਈਵੇਟਾਈਜੇਸ਼ਨ ਦੇ ਕਰਕੇ ਬਿਕੋਜ਼ ਪ੍ਰਾਈਵੇਟਾਈਜੇਸ਼ਨ ਦੇ ਵਿੱਚ ਪ੍ਰਾਈਵੇਟ ਇੰਟਰਸਟ ਦੇ ਲਈ ਕੰਮ ਕਰਦੇ ਜਦੋਂ ਆਪਣੇ ਇੰਟਰਸਟ ਦੇ ਲਈ ਕੰਮ ਕਰ ਰਿਹਾ ਹੁੰਦਾ ਤਾਂ ਪਰਸਨ ਪਰਫੈਕਟਲੀ ਕੰਮ ਕਰਦਾ ਦੈਨ ਇਹਦੇ ਨਾਲ ਕੀ ਹੋਇਆ ਕਿ ਜਿਹੜੀ ਸਾਡੇ IT ਸੈਕਟਰ ਹੈ ਉਹਨੇ ਗਲੋਬਲ ਰਿਕੋਗਨੀਸ਼ਨ ਜਿਹੜੀ ਹੈ ਉਹ ਅਚੀਵ ਕਰ ਲਈ ਇੰਡੀਆ ਦੇ ਵਿੱਚ ਦੈਨ a check on the fiscal deficit because ਅਸੀਂ LPG ਨੂੰ ਅਡਾਪਟ ਕੀਤਾ ਸੀ ਡਿਊ ਟੂ ਦਾ ਮਾਊਂਟਿੰਗ ਫਿਸਕਲ ਡੈਫਿਸਿਟ ਰਿਡਿਊਸ ਹੋ ਗਿਆ ਇਟ brought down to the 3.5% from the 8.5%. 8.5% ਤੋਂ ਡਿਕਰੀਜ਼ ਕਰਕੇ ਉਹ 3.5% ਤੇ ਆ ਗਿਆ ਦੈਨ ਅ ਚੈੱਕ ਔਨ ਇਨਫਲੇਸ਼ਨ ਇਟਸ ਅ ਇਨਕਰੀਜ਼ਿੰਗ ਪ੍ਰਾਈਸਿਸ ਸਾਡੇ ਕੋਲ ਜਦੋਂ ਅਸੀਂ ਪ੍ਰਾਈਸਿਸ ਰਾਈਜ਼ ਕਰਦੇ ਆ ਔਰ ਪ੍ਰਾਈਸਿਸ ਆ ਜਿਹੜੇ ਬਿਕੋਜ਼ ਸਾਡਾ ਜਿਹੜਾ ਫਿਸਕਲ ਡੈਫਿਸਿਟ ਡਿਕਰੀਜ਼ ਹੋ ਗਿਆ ਉਹਦੇ ਕਰਕੇ ਸਾਡੀ ਜਿਹੜੀ ਮਨੀ ਸਪਲਾਈ ਹੈ ਉਹਨੂੰ ਵੀ ਅਸੀਂ ਕੰਟਰੋਲ ਕਰਨਾ ਸਟਾਰਟ ਕਰ ਦਿੱਤਾ ਫਿਸਕਲ ਡੈਫਿਸਿਟ ਲਾਸਟ ਤੁਸੀਂ ਉਹਦੇ ਵਿੱਚ ਕੀਤਾ ਹੋਇਆ ਹੈਗਾ ਦੂਸਰੀ ਬੁੱਕ ਦੇ ਵਿੱਚ ਕਿ ਫਿਸਕਲ ਡੈਫਿਸਿਟ ਨੂੰ ਕੰਟਰੋਲ ਕਰਨ ਦੇ ਲਈ ਜਾਂ ਤਾਂ ਅਸੀਂ ਕਰੰਸੀ ਇਸ਼ੂ ਕਰਦੇ ਜਾਂ ਅਸੀਂ ਬੋਰਿੰਗਸ ਕਰਦੇ ਹਾਂ ਅਗਰ ਤਾਂ ਇੰਟਰਨਲ ਰਿਸੋਰਸਿਸ ਨੂੰ ਯੂਟੀਲਾਈਜ਼ ਕਰ ਰਹੇ ਹਾਂ ਤਾਂ ਮਨੀ ਸਪਲਾਈ ਦੇ ਉੱਤੇ ਕੋਈ ਇਫੈਕਟ ਨਹੀਂ ਪੈਂਦਾ ਬਟ ਅਗਰ ਅਸੀਂ ਮੋਨੇਟਾਈਜ਼ ਕਰਦੇ ਆ ਸਾਡੇ ਜਿਹੜਾ ਡੈਫਿਸਿਟ ਹੈ ਬਾਈ ਇਸ਼ੂਇੰਗ ਦਾ ਨਿਊ ਕਰੰਸੀ ਤਾਂ ਉਹਦੇ ਨਾਲ ਮਨੀ ਸਪਲਾਈ ਵੱਧਦੀ ਹੈ ਵਿਚ ਲੀਡਸ ਟੂ ਇਨਕਰੀਜ਼ ਇਨ ਦਾ ਇਨਫਲੇਸ਼ਨਰੀ ਟੈਂਡੈਂਸੀਜ਼ ਦੈਨ ਇਹਦੇ ਕਰਕੇ ਜਿਹੜਾ ਸਾਡਾ ਇੰਟਰਸਟ ਰੇਟ ਰਾਈਜ਼ ਕਰ ਰਿਹਾ ਸੀ ਤਾਂ ਉਹਦੇ ਨਾਲ ਕਾਸਟ ਆਫ ਇਨਵੈਸਟਮੈਂਟ ਰਾਈਜ਼ ਕਰਦੀ ਹੈ ਅਗਰ ਸਾਡੀ ਕਾਸਟ ਆਫ ਇਨਵੈਸਟਮੈਂਟ ਜ਼ਿਆਦਾ ਹੋਏਗੀ ਤਾਂ ਪ੍ਰੋਫਿਟੇਬਲ ਨਹੀਂ ਹੋਏਗਾ ਕੋਈ ਵੀ ਬਿਜ਼ਨਸ ਅਗਰ ਕਾਸਟ ਆਫ ਸਾਡੀ ਜਿਹੜੀ ਇਨਵੈਸਟਮੈਂਟ ਹੈ ਉਹ ਡਿਕਲਾਈਨ ਕਰਦੀ ਹੈ ਤਾਂ ਪ੍ਰੋਫਿਟੇਬਿਲਿਟੀ ਸਾਡੀ ਜ਼ਿਆਦਾ ਹੋਏਗੀ ਐਂਡ ਪ੍ਰਾਈਵੇਟ ਸੈਕਟਰ ਇਜ਼ ਡੂਇੰਗ ਦਾ ਵਰਕ ਫॉर ਦਾ ਪ੍ਰੋਫਿਟੇਬਿਲਿਟੀ ਨੈਕਸਟ ਇਜ਼ ਅ ਕੰਜ਼ਿਊਮਰ ਸੋਵਰਨਿਟੀ ਜਦੋਂ ਕੰਜ਼ਿਊਮਰਸ ਨੂੰ ਪ੍ਰੈਫਰੈਂਸ ਜ਼ਿਆਦਾ ਦਿੱਤੀ ਜਾਂਦੀ ਹੈ ਦੈਟ ਇਜ਼ ਨੋਨ ਐਜ਼ ਅ ਕੰਜ਼ਿਊਮਰ ਸੋਵਰਨਿਟੀ ਪ੍ਰੋਡਿਊਸਰਸ ਨੇ ਆਪਣਾ ਜਿਹੜਾ ਕੰਮ ਹੈ ਕੰਜ਼ਿਊਮਰ ਦੀ ਚੋਇਸਿਸ ਦੇ ਅਕੋਰਡਿੰਗ ਉਹਨਾਂ ਦੀ ਪ੍ਰੈਫਰੈਂਸਿਸ ਦੇ ਅਕੋਰਡਿੰਗ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਗਰ ਅਸੀਂ ਉਹਨਾਂ ਦੀ ਪ੍ਰੈਫਰੈਂਸਿਸ ਦੇ ਅਕੋਰਡਿੰਗ ਕੰਮ ਕਰਦੇ ਹਾਂ ਤਾਂ ਉਹਨਾਂ ਜਿਹੜੇ ਕੰਜ਼ਿਊਮਰਸ ਹੈ ਉਹਨਾਂ ਦੀ ਵੈਲਫੇਅਰ ਰਾਈਜ਼ ਹੁੰਦੀ ਹੈ ਦੈਨ ਅ ਸਬਸਟੈਂਸ਼ੀਅਲ ਇਨਕਰੀਜ਼ ਇਨ ਫੋਰਨ ਐਕਸਚੇਂਜ ਰਿਜ਼ਰਵਸ ਬਿਕੋਜ਼ ਸਾਡੇ ਜਿਹੜੇ LPG ਨੂੰ ਅਡੋਪਟ ਕਰਨ ਦਾ ਮੇਨ ਮੋਟਿਵ ਕੀ ਸੀਗਾ ਕਿ ਸਾਡੇ ਜਿਹੜੇ ਫੋਰਨ ਐਕਸਚੇਂਜ ਰਿਜ਼ਰਵ ਸੀ ਉਹ ਡੇ ਬਾਈ ਡੇ ਡਿਕਲਾਈਨ ਹੁੰਦੇ ਜਾਂਦੇ ਸੀ ਸਾਡੇ ਕੋਲ ਇੰਨੇ ਵੀ ਨਹੀਂ ਸੀ ਕਿ ਅਸੀਂ ਆਪਣੀ ਡੇਲੀ ਰੂਟੀਨ ਦਾ ਜਿਹੜਾ ਵਰਕ ਹੈ ਉਹਨੂੰ ਕੰਪਲੀਟ ਕਰ ਸਕਦੇ ਬਿਕੋਜ਼ ਆਫ ਦਾ ਇੰਟਰੋਡਕਸ਼ਨ ਆਫ LPG ਪੋਲਿਸੀਜ਼ ਸਾਡੇ ਜਿਹੜੇ ਇਹ ਹੈ ਫੋਰਨ ਐਕਸਚੇਂਜ ਰਿਜ਼ਰਵਸ ਹੈ ਰਾਈਜ਼ ਕਰਨੇ ਸਟਾਰਟ ਕਰ ਦਿੱਤੇ ਬਿਕੋਜ਼ ਅਸੀਂ ਐਕਸਪੋਰਟ ਪ੍ਰਮੋਸ਼ਨਸ ਹੈ ਜਿਹੜੀਆਂ ਉਹਨਾਂ ਨੂੰ ਅਡੋਪਟ ਕੀਤਾ ਪਹਿਲਾਂ ਅਸੀਂ ਇੰਪੋਰਟ ਸਬਸਟੀਟਿਊਸ਼ਨ ਦੇ ਨਾਲ ਐਕਸਪੋਰਟ ਨੂੰ ਵੀ ਘਟਾ ਦਿੱਤਾ ਗਿਆ ਸੀ ਤਾਂ ਅਸੀਂ ਆਪਣੀ ਹੀ ਇਕੋਨਮੀ ਦੇ ਵਿੱਚ ਉਸ ਚੀਜ਼ ਨੂੰ ਯੂਟੀਲਾਈਜ਼ ਕਰਦੇ ਸੀਗੇ ਫਿਰ ਅਸੀਂ ਉਸ ਨੂੰ ਇਨਕਰੀਜ਼ ਕਰਨਾ ਸ਼ੁਰੂ ਕਰ ਦਿੱਤਾ ਅਗਰ ਅਸੀਂ ਫੋਰਨ ਰਿਜ਼ਰਵ ਸਾਡੇ ਕੋਲ ਜ਼ਿਆਦਾ ਹੈ ਤਾਂ ਉਹਦੇ ਨਾਲ ਜਿਹੜੇ ਗਲੋਬਲ ਇਨਵੈਸਟਰਸ ਹੈ ਉਹ ਈਜ਼ੀਲੀ ਇਨਵੈਸਟ ਕਰਨਾ ਚਾਹੁੰਦੇ ਬਿਕੋਜ਼ ਉਹਨਾਂ ਦਾ ਵੀ ਇੰਟਰਸਟ ਇਨਕਰੀਜ਼ ਹੁੰਦਾ ਉਹਨਾਂ ਨੂੰ ਪਤਾ ਹੈ ਕਿ ਇਕੋਨਮੀ ਡਿਵੈਲਪ ਕਰ ਰਹੀ ਹੈ ਫਲੋ ਆਫ ਪ੍ਰਾਈਵੇਟ ਫੋਰਨ ਇਨਵੈਸਟਮੈਂਟ ਜਿਹੜੀ ਹੈ ਉਹਦਾ ਫਲੋ ਜ਼ਿਆਦਾ ਹੋ ਗਿਆ ਬਿਕੋਜ਼ ਗਵਰਨਮੈਂਟ ਦੇ ਕੋਲ ਮਨੀ ਨਹੀਂ ਸੀ ਗਵਰਨਮੈਂਟ ਨੂੰ ਇੱਕ ਰਿਲੀਫ ਚਾਹੀਦੀ ਸੀ ਐਂਡ LPG ਨੇ ਇਹਨਾਂ ਨੂੰ ਰਿਲੀਫ ਦਿੱਤੀ ਡੋਮੈਸਟਿਕ ਦੇ ਸਾਡੇ ਕੋਲ ਡੋਮੈਸਟਿਕ ਇਕੋਨਮੀ ਦੇ ਵਿੱਚ ਇੰਨਾ ਸਰਪਲਸ ਨਹੀਂ ਸੀਗੇ ਕਿ ਅਸੀਂ ਉਹਨੂੰ ਇਨਵੈਸਟ ਕਰ ਸਕਦੇ ਮੋਰ ਓਵਰ ਸਾਡੇ ਕੋਲ ਜਿਹੜੀ ਟੈਕਨੋਲੋਜੀ ਸੀ ਉਹ ਅਬਸਲੀਟ ਹੋ ਰਹੀ ਸੀ ਔਰ ਜਦੋਂ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੋ ਗਈਆਂ ਤਾਂ ਉਹਦੇ ਨਾਲ ਸਾਡੇ ਕੋਲ ਜਿਹੜੀ ਇਨਵੈਸਟਮੈਂਟ ਹਮੇਸ਼ਾ ਇੰਡਿਊਸ ਹੁੰਦੀ ਹੈ ਵਿਦ ਦਾ ਪ੍ਰੋਫਿਟ ਮੋਟਿਵ ਅਗਰ ਸਾਡੇ ਕੋਲ
ਵਧੀਆ ਟੈਕਨੋਲੋਜੀ ਨਹੀਂ ਹੈ ਔਰ ਸਾਡੇ ਕੋਲ ਸਰਪਲਸ ਨਹੀਂ ਉਹਨਾਂ ਆ ਰਿਹਾ ਤਾਂ ਡੈਫੀਨੇਟਲੀ ਜਿਹੜੀ ਇਨਵੈਸਟਮੈਂਟ ਉਹ ਡਿਕਰੀਜ਼ ਹੋਏਗੀ। ਐਂਡ ਇਹਦੇ ਲਈ ਸਾਨੂੰ ਇਨੋਵੇਟਿਵ ਟੈਕਨੀਕਸ ਚਾਹੀਦੀਆਂ ਸੀਗੀਆਂ ਔਰ ਇਨੋਵੇਟਿਵ ਟੈਕਨੀਕਸ ਤਾਂ ਹੀ ਹੋ ਸਕਦੀਆਂ ਸੀ ਅਗਰ ਅਸੀਂ ਪ੍ਰਾਈਵੇਟ ਫੋਰਨ ਇਨਵੈਸਟਮੈਂਟਸ ਨੂੰ ਲੈ ਕੇ ਆਉਂਦੇ। ਨੈਕਸਟ ਇਜ਼ ਰਿਕੋਗਨੀਸ਼ਨ ਆਫ ਇੰਡੀਆ ਐਜ਼ ਐਨ ਐਮਰਜਿੰਗ ਇਕਨੋਮਿਕ ਪਾਵਰ। LPGs ਦੇ ਨਾਲ ਇੱਕਦਮ ਸਾਡੇ ਜਿਹੜਾ ਇੰਪੋਰਟ ਐਕਸਪੋਰਟ ਬੂਸਟ ਕਰ ਗਿਆ ਐਂਡ ਸਾਡੀ ਜਿਹੜੀ ਰੈਂਕਿੰਗ ਹੁੰਦੀ ਹੈ ਵਰਲਡ ਇਕੋਨਮੀਜ਼ ਦੇ ਵਿੱਚ ਉਹ ਇੰਪਰੂਵ ਕਰਨੀ ਸ਼ੁਰੂ ਹੋ ਗਈ। ਜਦੋਂ ਰੈਂਕਿੰਗ ਇੰਪਰੂਵ ਕਰਦੀ ਹੈ ਤਾਂ ਗਲੋਬਲ ਇਨਵੈਸਟਰਸ ਆ ਗਏ, ਉਹਨਾਂ ਦਾ ਇੰਟਰਸਟ ਵੱਧ ਜਾਂਦਾ ਹੈ ਬਿਕੋਜ਼ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਪਰਫੈਕਟ ਡੈਸਟੀਨੇਸ਼ਨ ਹੈ ਜਿਹੜੀ ਜਿੱਥੇ ਉਹ ਜਾ ਕੇ ਇਨਵੈਸਟ ਕਰ ਸਕਦੇ ਆ ਸੋ ਦੈਟ ਕਿ ਇੱਦਾਂ ਦੀ ਇਕੋਨਮੀਜ਼ ਦੇ ਵਿੱਚ ਉਹਨਾਂ ਨੇ ਆ ਕੇ ਇਨਵੈਸਟ ਕੀਤਾ ਔਰ ਜਦੋਂ ਸਾਡੀ ਇਕੋਨਮੀ ਦੇ ਵਿੱਚ ਫੋਰਨ ਇਨਵੈਸਟਮੈਂਟ ਵੱਧ ਗਈ ਤਾਂ ਉਹਦੇ ਨਾਲ ਡਿਵੈਲਪਮੈਂਟ ਹੈ ਜਿਹੜੀ ਉਹ ਫਾਸਟਰ ਪੇਸ ਦੇ ਉੱਤੇ ਹੋਣੀ ਸ਼ੁਰੂ ਹੋ ਗਈ। ਆ ਸ਼ਿਫਟ ਫਰੋਮ ਮੋਨੋਪਲੀ ਮਾਰਕੀਟ ਟੂ ਕੰਪੀਟੀਟਿਵ ਮਾਰਕੀਟ। ਪਹਿਲਾਂ ਅਸੀਂ ਦੇਖਿਆ ਸੀਗਾ ਕਿ ਕੀ ਰੋਲ ਵਾਜ਼ ਗਿਵਨ ਟੂ ਦਾ ਗਵਰਨਮੈਂਟ ਇੰਸਟੀਟਿਊਸ਼ਨ PSUs ਨੂੰ ਜਿਹੜਾ ਦਿੱਤਾ ਗਿਆ ਸੀ, ਬਟ ਜਦੋਂ ਅਸੀਂ ਸ਼ਿਫਟ ਕੀਤਾ ਔਨ ਦਾ LPG ਪੋਲਿਸੀਜ਼ ਤਾਂ ਉਹਨਾਂ ਦੀ ਜਿਹੜੀ ਮੋਨੋਪਲੀਜ਼ ਸੀਗੀਆਂ ਉਹਨਾਂ ਨੂੰ ਬ੍ਰੇਕ ਡਾਊਨ ਕੀਤਾ ਗਿਆ, ਗਵਰਨਮੈਂਟ ਦੀ ਮੋਨੋਪਲੀ ਨੂੰ ਬ੍ਰੇਕ ਡਾਊਨ ਕੀਤਾ ਗਿਆ ਐਂਡ ਮਾਰਕੀਟ ਦੇ ਵਿੱਚ ਕੰਪੀਟੀਟਿਵ ਮਾਰਕੀਟ ਆ ਜਿਹੜੀ ਉਹ ਰਾਈਜ਼ ਕੀਤੀ ਗਈ। ਅਗਰ ਅਸੀਂ ਕੁਛ ਈਅਰਸ ਬੈਕ ਜਾ ਕੇ ਦੇਖਦੇ ਹਾਂ ਤਾਂ ਸਾਡੇ ਕੋਲ ਕਾਰਜ਼, ਰੈਫਰੀਜਰੇਟਰ, AC ਅਤੇ PCs ਦੇ ਵਿੱਚ ਥੋੜ੍ਹੀਆਂ ਜਿਹੀਆਂ ਕੰਪਨੀਜ਼ ਸੀਗੀਆਂ ਬਟ ਨਾਓ ਦੇਰ ਆਰ ਵੈਰਾਈਟੀ ਆਫ ਕੰਪਨੀਜ਼ ਇਨ ਦੀਜ਼ ਮਾਰਕੀਟਸ। ਐਂਡ ਅਗਰ ਅਸੀਂ ਦੇਖੀਏ LPG ਹੈ ਜਿਹੜੀ ਡੈਫੀਨੇਟਲੀ ਉਹਨੇ ਸਾਨੂੰ ਪੋਜ਼ੀਟਿਵ ਇੰਪੈਕਟ ਦਿੱਤਾ ਐਂਡ ਗਰੋਥ ਦਾ ਜਿਹੜਾ ਮੋਮੈਂਟਮ ਹੈ ਉਹਨੂੰ ਫਾਸਟਰ ਪੇਸ ਦੇ ਉੱਤੇ ਇਹਨਾਂ ਨੇ ਡਿਵੈਲਪ ਕਰਨਾ ਸਟਾਰਟ। ਇਹਨੇ ਸਿਰਫ ਗਰੋਥ ਪ੍ਰੋਸੈਸ ਨੂੰ ਐਕਸਲਰੇਟ ਹੀ ਨਹੀਂ ਕੀਤਾ, ਈਵਨ ਦੋ ਇਹਨੇ ਡਾਈਵਰਸੀਫਾਈ ਵੀ ਕੀਤਾ ਹੈ ਕਿ ਅਸੀਂ ਡਿਫਰੈਂਟ ਸੈਕਟਰਸ ਦੇ ਵਿੱਚ ਆਪਣੀ ਜਿਹੜੀ ਇਨਵੈਸਟਮੈਂਟ ਕਰਨੀ ਸਟਾਰਟ ਕਰ ਦਿੱਤੀ। ਨਾਓ ਇਟਸ ਅ ਟਾਈਮ ਟੂ ਡਿਸਕਸ ਡਿਮੈਰਿਟਸ ਆਫ LPG ਪੋਲਿਸੀਜ਼। ਫਸਟ ਇਜ਼ ਨੈਗਲੈਕਟ ਆਫ ਐਗਰੀਕਲਚਰ ਸੈਕਟਰ। ਅਸੀਂ ਹੁਣ ਤੱਕ ਇੰਨੀ ਡਿਸਕਸ਼ਨ ਕੀਤੀ ਹੈ ਪੂਰੇ ਚੈਪਟਰ ਦੇ ਵਿੱਚ ਕਿਤੇ ਵੀ ਇਹਨਾਂ ਨੇ ਐਗਰੀਕਲਚਰ ਨੂੰ ਇੰਪੋਰਟੈਂਸ ਨਹੀਂ ਦਿੱਤੀ। ਐਗਰੀਕਲਚਰ ਸੈਕਟਰ ਅਗਰ ਅਸੀਂ ਦੇਖੀਏ ਦਿਸ ਇਜ਼ ਵੈਰੀ ਇੰਪੋਰਟੈਂਟ ਸੈਕਟਰ। ਅਗਰ ਸਾਡੇ ਕੋਲ ਐਗਰੀਕਲਚਰ ਨੂੰ ਅਸੀਂ ਡਿਵੈਲਪ ਨਹੀਂ ਕਰ ਰਹੇ ਇਟ ਮੀਨਸ ਸਾਡੇ ਕੋਲ ਜਿਹੜੇ ਟਰਸ਼ਰੀ ਪ੍ਰਾਇਮਰੀ ਸੈਕੰਡਰੀ ਸੈਕਟਰ ਹੈ, ਇੰਡਸਟਰੀਅਲ ਸੈਕਟਰ ਹੈ, ਉਹਦੇ ਵਿੱਚ ਸਾਡੇ ਕੋਲ ਜਿੰਨਾ ਵੀ ਉਹਨਾਂ ਨੂੰ ਰॉ ਮਟੀਰੀਅਲ ਚਾਹੀਦਾ ਹੈ ਤਾਂ ਅਸੀਂ ਉਹਨੂੰ ਨਿਗਲੈਕਟ ਕਰ ਰਹੇ ਹਾਂ। ਇੱਕ ਸਾਈਡ 'ਤੇ ਤਾਂ ਅਸੀਂ ਗੱਲ ਕਰ ਰਹੇ ਹਾਂ ਕਿ ਸਾਡੀ ਇਕੋਨਮੀ ਨੂੰ ਅਸੀਂ ਗਰੋ ਕਰਨਾ, ਇੰਡਸਟਰੀਅਲਾਈਜੇਸ਼ਨ ਨੂੰ ਫਾਸਟਰ ਪ੍ਰੋਸੈਸ ਦੇ ਉੱਤੇ ਲੈ ਕੇ ਜਾਣਾ। ਅਗਰ ਅਸੀਂ ਐਗਰੀਕਲਚਰ ਨੂੰ ਹੀ ਨਿਗਲੈਕਟ ਕਰ ਦਿੱਤਾ ਤਾਂ ਇੰਡਸਟਰੀਅਲਾਈਜੇਸ਼ਨ ਕਿੱਥੋਂ ਹੋਏਗਾ? ਤਾਂ ਇੰਡਸਟਰੀਅਲਾਈਜੇਸ਼ਨ ਦੀ ਜਿਹੜੀ ਗਰੋਥ ਹੈ ਉਹ ਸਲੋ ਹੋ ਜਾਏਗੀ ਬਿਕੋਜ਼ ਇਟ ਹਿੰਡਰਸ ਦਾ ਪ੍ਰੋਸੈਸ ਆਫ ਇੰਡਸਟਰੀਅਲ ਸੈਕਟਰ। ਉਹਦੀ ਗਰੋਥ ਪ੍ਰੋਸੈਸ ਨੂੰ ਹਿੰਡਰ ਕਰੇਗਾ ਜਦੋਂ ਸਾਡੇ ਕੋਲ ਰॉ ਮਟੀਰੀਅਲ ਅਵੇਲੇਬਲ ਨਹੀਂ ਹੋਏਗਾ। ਐਗਰੀਕਲਚਰ ਸੈਕਟਰ ਨੂੰ ਅਗਰ ਅਸੀਂ ਇੰਪੋਰਟੈਂਟ ਸੋਰਸ ਮੰਨਦੇ ਹਾਂ ਦਿਸ ਇਜ਼ ਅ ਇੰਪੋਰਟੈਂਟ ਸੋਰਸ ਫॉर ਦਾ ਰॉ ਮਟੀਰੀਅਲ। ਸੈਕਿੰਡਲੀ ਲੇਬਰ ਸਪਲਾਈ ਦੇ ਲਈ ਵੀ ਐਗਰੀਕਲਚਰ ਸੈਕਟਰ ਬਿਕੋਜ਼ ਮੇਜਰ ਜਿਹੜੀ ਪੋਪੂਲੇਸ਼ਨ ਇਟਸ ਇੰਗੇਜਡ ਇਨ ਦਾ ਐਗਰੀਕਲਚਰ ਸੈਕਟਰ ਔਰ ਉੱਥੋਂ ਵੀ ਅਸੀਂ ਸਰਪਲਸ ਲੇਬਰ ਸ਼ਿਫਟ ਕਰਦੇ ਹਾਂ ਇਨ ਦਾ ਇੰਡਸਟਰੀਅਲ ਸੈਕਟਰ ਐਂਡ ਇਟਸ ਅ ਸੋਰਸ ਆਫ ਡਿਮਾਂਡ ਫॉर ਦਾ ਇੰਡਸਟਰੀਅਲ ਗੁੱਡਸ ਟੂ। ਅਗਰ ਅਸੀਂ ਇੰਡਸਟਰੀਅਲ ਐਗਰੀਕਲਚਰ ਸੈਕਟਰ ਨੂੰ ਨਿਗਲੈਕਟ ਕਰਦੇ ਹਾਂ ਦੇ ਆਰ ਨਾਟ ਹੈਵਿੰਗ ਪਰਚੇਜ਼ਿੰਗ ਪਾਵਰ ਤਾਂ ਉੱਥੇ ਉਹਨਾਂ ਕੋਲ ਪਰਚੇਜ਼ਿੰਗ ਪਾਵਰ ਨਹੀਂ ਹੋਏਗੀ। ਅਗਰ ਉਹਨਾਂ ਕੋਲ ਪਰਚੇਜ਼ਿੰਗ ਪਾਵਰ ਨਹੀਂ ਆ ਤਾਂ ਇੰਡਸਟਰੀਅਲ ਪ੍ਰੋਡਕਟ ਜਿਵੇਂ ਟਰੈਕਟਰਸ ਹੋ ਗਏ, ਥ੍ਰੈਸ਼ਰਸ ਹੋ ਗਏ ਜਾਂ ਕੰਜ਼ਿਊਮਰ ਗੁੱਡਸ ਬਿਕੋਜ਼ 50% ਪਾਪੂਲੇਸ਼ਨ ਇਜ਼ ਡਿਪੈਂਡ ਅਪੋਨ ਦਾ ਐਗਰੀਕਲਚਰ ਨਿਗਲੈਕਟ ਹੋ ਗਿਆ ਤਾਂ ਉਹਨਾਂ ਦੀ ਜਿਹੜੀ ਕੰਜ਼ਿਊਮਰ ਪ੍ਰੋਡਕਟ ਆ ਜਿੰਨੇ ਵੀ ਜਾਂ ਅਸੀਂ ਕਹਿ ਦਈਏ ਇੰਡਸਟਰੀਅਲ ਪ੍ਰੋਡਕਟਸ ਆਉਂਦੇ ਆ ਤਾਂ ਉਹਨਾਂ ਨੂੰ ਕੋਈ ਵੀ ਬਾਏ ਕਰਨ ਦੇ ਲਈ ਬਾਇਰ ਨਹੀਂ ਮਿਲੇਗਾ। then urban concentration of growth process, urban concentration ਕਿ ਜਿੰਨੀ ਵੀ ਅਸੀਂ MNCs ਦੀ ਗੱਲ ਕਰਦੇ ਹਾਂ ਤਾਂ MNCs ਜਿੰਨੀਆਂ ਵੀ ਇਸਟੈਬਲਿਸ਼ ਕੀਤੀਆਂ ਗਈਆਂ ਹਾਰਡਲੀ ਕੋਈ ਇੱਦਾਂ ਦੀ MNC ਹੋਏਗੀ ਕਿ ਰੂਰਲ ਸੈਕਟਰ ਦੇ ਵਿੱਚ ਕੀਤੀ ਗਈ, ਅਦਰਵਾਈਜ਼ ਆਲ ਦਾ MNCs ਆਰ ਇਨ ਦਾ ਅਰਬਨ ਏਰੀਆਜ਼। ਤੁਸੀਂ ਕਦੇ ਅਗਰ ਅਸੀਂ ਮੈਕਡੋਨਲਡਸ ਦੀ ਗੱਲ ਕਰਦੇ ਹਾਂ, KFC ਦੀ ਗੱਲ ਕਰਦੇ ਹਾਂ, ਤੁਸੀਂ ਇਹਨਾਂ ਦੇ ਜਿਹੜੇ ਬ੍ਰਾਂਚਿਸ ਹੈ ਤੁਸੀਂ ਦੇਖਿਆ ਕਿ ਕਿਸੇ ਪਿੰਡ ਦੇ ਵਿੱਚ ਓਪਨ ਕੀਤੀ ਹੈ? ਨੈਵਰ। ਆਲ ਥੀਜ਼ ਆਰ ਓਪਨ ਇਨ ਦਾ ਅਰਬਨ ਸੈਕਟਰਸ ਓਨਲੀ। ਅਗਰ ਅਸੀਂ ਅਰਬਨ ਨੂੰ ਹੀ ਇੰਪਰੂਵ ਕਰ ਰਹੇ ਹਾਂ ਤਾਂ ਗਲਫ ਇਨ ਬਿਟਵੀਨ ਦਾ ਰੂਰਲ ਐਂਡ ਦਾ ਅਰਬਨ ਰਾਈਜ਼ ਕਰ ਜਾਏਗਾ ਐਂਡ ਇਟ ਰੇਜ਼ ਦਾ ਡਿਊਲਿਜ਼ਮ ਮੀਨਸ ਗਲਫ ਸਾਡੇ ਕੋਲ ਜਿਹੜੀ ਆਉਂਦੀ ਹੈ ਤਾਂ ਉਹਦੇ ਨਾਲ ਸਾਡਾ ਡਿਊਲਿਜ਼ਮ ਹੈ ਜਿਹੜਾ ਉਹ
ਸੋਸ਼ਲ ਅਤੇ ਇਕਨੋਮਿਕ ਡਿਊਲਿਜ਼ਮ ਦੋਨੋਂ ਹੀ ਰਾਈਜ਼ ਕਰਨਗੇ। ਐਂਡ ਜਦੋਂ ਇਕਨੋਮਿਕ ਅਤੇ ਸੋਸ਼ਲ ਡਿਊਲਿਜ਼ਮ ਆਉਂਦਾ, ਦਿਸ ਇਜ਼ ਅ ਬਿਗ ਥ੍ਰੈਟ ਟੂ ਦਾ ਪ੍ਰੋਸੈਸ ਆਫ ਗਰੋਥ ਐਂਡ ਡਿਵੈਲਪਮੈਂਟ ਕਿਸੇ ਵੀ ਇਕੋਨਮੀ ਨੂੰ। ਐਂਡ ਕੁਐਸਚਨ ਅਰਾਈਜ਼ਿਜ਼, ਵਾਟ ਇਜ਼ ਇਕਨੋਮਿਕ ਐਂਡ ਸੋਸ਼ਲ ਡਿਊਲਿਜ਼ਮ? ਇਕਨੋਮਿਕ ਡਿਊਲਿਜ਼ਮ ਮੀਨਸ ਸਾਡੇ ਕੋਲ ਜਦੋਂ ਡਿਸਇੰਟੀਗ੍ਰੇਸ਼ਨ ਆਉਂਦੀ ਹੈ ਇਕੋਨਮੀ ਦੀ ਇਨਟੂ ਦਾ ਟਰਡੀਸ਼ਨਲ ਐਂਡ ਮਾਡਰਨ ਸੈਕਟਰਸ ਆਫ ਦਾ ਪ੍ਰੋਡਕਸ਼ਨ, ਤਾਂ ਸਾਡੇ ਕੋਲ ਇਕਨੋਮਿਕ ਡਿਊਲਿਜ਼ਮ ਆਉਂਦਾ ਹੈ। ਮੀਨਸ ਪੁਰਾਣਾ ਅਤੇ ਨਵਾਂ ਦੋਨਾਂ ਦੇ ਵਿੱਚ ਫਰਕ ਆ ਗਿਆ। ਇੱਕ ਸਾਈਡ ਦੇ ਉੱਤੇ ਅਸੀਂ ਟਰਡੀਸ਼ਨਲ ਟੈਕਨੋਲੋਜੀ ਯੂਜ਼ ਕਰ ਰਹੇ ਹਾਂ, ਦੂਸਰੀ ਸਾਈਡ ਦੇ ਉੱਤੇ ਅਸੀਂ ਮਾਡਰਨ ਟੈਕਨੋਲੋਜੀ ਯੂਜ਼ ਕਰ ਰਹੇ ਹਾਂ। ਐਂਡ ਡੈਫੀਨੇਟਲੀ ਮਾਡਰਨ ਟੈਕਨੋਲੋਜੀ ਇਜ਼ ਮਚ ਬੈਟਰ ਦੈਨ ਦਾ ਟਰਡੀਸ਼ਨਲ ਟੈਕਨੋਲੋਜੀ, ਬਿਕੋਜ਼ ਉਹ ਕੋਸਟ ਐਫੀਸ਼ੀਐਂਟ ਹੁੰਦੀ ਹੈ ਮਾਡਰਨ ਟੈਕਨੋਲੋਜੀ। ਤਾਂ ਜਿੱਥੇ ਟਰਡੀਸ਼ਨਲ ਟੈਕਨੋਲੋਜੀ ਹੋ ਰਹੀ ਹੈ ਤਾਂ ਉਹ ਏਰੀਆਜ਼ ਡਿਵੈਲਪ ਨਹੀਂ ਹੋਣਗੇ, ਔਰ ਜਿੱਥੇ ਮਾਡਰਨ ਟੈਕਨੋਲੋਜੀ ਯੂਜ਼ ਹੋ ਰਹੀ ਹੈ ਉਹ ਏਰੀਆਜ਼ ਜ਼ਿਆਦਾ ਡਿਵੈਲਪ ਹੋ ਜਾਣਗੇ। ਦੈਨ ਸੋਸ਼ਲ ਡਿਊਲਿਜ਼ਮ, ਜਿੱਥੇ ਡਿਫਰੈਂਸ ਆਉਂਦਾ ਬਿਟਵੀਨ ਦਾ ਹੈਵਸ ਐਂਡ ਹੈਵਸ ਨਾਟਸ ਦੇ ਵਿੱਚ। ਹੈਵਸ ਮੀਨਸ ਜਿੰਨੇ ਵੀ ਹਾਈ ਸੋਸ਼ਲ ਸਟੇਟਸ ਜਿਹੜੇ ਇੰਜੋਏ ਕਰ ਰਹੇ ਆ, ਅੰਬਾਨੀ ਅੰਡਾਨੀ ਦੀ ਅਸੀਂ ਗੱਲ ਕਰਦੇ ਹਾਂ। ਐਂਡ ਹੈਵ ਨਾਟਸ ਲੋ ਸੋਸ਼ਲ ਸਟੇਟਸ, ਜਿਨ੍ਹਾਂ ਲੋਕਾਂ ਕੋਲ ਇੰਨੀ ਵੀ ਲਿਵਿੰਗ ਅਰਨਿੰਗ ਨਹੀਂ ਹੈ ਕਿ ਉਹ ਆਪਣੀ ਲਿਵਿੰਗਸ ਨੂੰ ਪ੍ਰੋਪਰਲੀ ਇੰਜੋਏ ਕਰ ਸਕਣ। ਨੈਕਸਟ ਇਜ਼ ਅ ਇਕਨੋਮਿਕ ਕੋਲੋਨਿਜ਼ਮ। ਸਭ ਤੋਂ ਵੱਡਾ ਡਰ ਜਿਹੜਾ ਸਾਨੂੰ ਆਉਂਦਾ ਹੈ ਇਕਨੋਮਿਕ ਕੋਲੋਨਿਜ਼ਮ ਦਾ ਆਉਂਦਾ ਹੈ। 200 years ਬੈਕ ਅਗਰ ਅਸੀਂ ਦੇਖਦੇ ਹਾਂਗੇ, ਅਸੀਂ ਪਿੱਛੇ ਦੇਖਦੇ ਹਾਂ ਬਿਫੋਰ ਦਾ ਇੰਡੀਪੈਂਡੈਂਸ 200 ਸਾਲ ਤੱਕ ਸਾਡੇ 'ਤੇ ਅੰਗਰੇਜ਼ਾਂ ਨੇ ਰਾਜ ਕੀਤਾ ਹੈ। ਉਸ ਤੋਂ ਅਸੀਂ ਫਰੀ ਹੋਏ ਨਹੀਂ ਸੀ ਕਿ MNCs ਨੇ ਆਪਣਾ ਜਿਹੜਾ ਏਰੀਆ ਹੈਗਾ ਉਹਨੂੰ ਇਨਕਰੀਜ਼ ਕਰਨਾ ਸ਼ੁਰੂ ਕਰ ਦਿੱਤਾ। ਮਲਟੀਨੈਸ਼ਨਲ ਕੰਪਨੀਜ਼ ਆ ਗਈਆਂ, ਔਰ ਮਲਟੀਨੈਸ਼ਨਲ ਕੰਪਨੀਜ਼ ਪ੍ਰਾਈਵੇਟਾਈਜੇਸ਼ਨ ਦੇ ਕਰਕੇ ਆਉਂਦੀਆਂ ਗਈਆਂ। ਅਗਰ ਅਸੀਂ ਗਲੋਬਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਦੇ ਕਰਕੇ MNCs ਨੂੰ ਜ਼ਿਆਦਾ ਇੰਪੋਰਟੈਂਸ ਦੇ ਰਹੇ ਹੈਗੇ, ਤਾਂ ਡੈਫੀਨੇਟਲੀ ਸਾਨੂੰ ਇੱਕ ਦਿਨ ਇੱਦਾਂ ਦਾ ਹੋਏਗਾ ਕਿ ਸਾਨੂੰ ਇਕਨੋਮਿਕ ਕੋਲੋਨਿਜ਼ਮ ਹੈ ਜਿਹੜਾ ਉਹਨੂੰ ਸਫਰ ਕਰਨਾ ਪਏਗਾ। ਦਿੱਲੀ ਦੇ ਵਿੱਚ ਕਿਸਾਨ ਬੈਠੇ ਹੋਏ ਆ ਪ੍ਰੋਟੈਸਟ ਦੇ ਲਈ। ਦਿਸ ਇਜ਼ ਬਿਕੋਜ਼ ਆਫ ਦਾ ਇਕਨੋਮਿਕ ਕੋਲੋਨਿਜ਼ਮ। ਠੀਕ ਹੈ, ਸਾਡੀ ਗਵਰਨਮੈਂਟ ਨੇ ਕੁਛ ਇੱਦਾਂ ਦੀਆਂ ਪੋਲਿਸੀਜ਼ ਬਣਾਈਆਂ ਕਿ ਡਾਇਰੈਕਟ ਔਰ ਇਨਡਾਇਰੈਕਟ ਕੰਟਰੋਲ ਦੇ ਹੈਵ ਗਿਵਨ ਟੂ ਦਾ ਕੈਪੀਟਲਿਸਟ। ਜਿੰਨੇ ਵੀ ਸਾਡੇ ਕੋਲ ਹਾਈ ਇਕਨੋਮਿਕ ਸਟੇਟਸ ਵਾਲੇ ਲੋਕ ਹੈ ਉਹਨਾਂ ਦੇ ਹੱਥ ਦੇ ਵਿੱਚ ਜਾ ਰਿਹਾ ਹੈ। ਐਂਡ ਇਹਦੇ ਨਾਲ ਕੀ ਹੋਏਗਾ ਕਿ ਉਹ ਇੰਡੀਅਨ ਮਾਰਕੀਟ ਹੈ ਜਿਹੜੀ ਉਹਨੂੰ ਐਕਸਪਲੋਇਟ ਕਰਨਾ ਸ਼ੁਰੂ ਕਰ ਦੇਣਗੇ। ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਪ੍ਰੋਡਕਟ ਸੇਲ ਕਰਨਗੇ। ਐਂਡ ਜਿੰਨੇ ਵੀ ਮਾਰਜਨਲ ਓਨਰਸ ਹੈਗੇ, ਠੀਕ ਹੈ, ਜਾਂ ਜਿਹੜੇ ਪ੍ਰੋਡਿਊਸਰਸ ਹੈ, ਡੋਮੈਸਟਿਕ ਪ੍ਰੋਡਿਊਸਰਸ ਹੈ, ਉਹ ਉਸ ਤੋਂ ਵੀ ਡਿਪਰੈਸਡ ਹੁੰਦੇ ਜਾਣਗੇ। ਐਂਡ ਬਿਕੋਜ਼ ਉਹਨਾਂ ਕੋਲ ਨਾ ਤਾਂ ਉਨੀ ਮਾਡਰਨ ਟੈਕਨੀਕ ਹੈ ਔਰ ਨਾ ਹੀ ਉਹਨਾਂ ਕੋਲ ਉਹਨੇ ਮਾਡਰਨ ਇਨਪੁਟਸ ਹੈ ਕਿ ਉਹਨਾਂ ਦੇ ਨਾਲ ਆਪਣੀ ਪ੍ਰੋਡਕਟੀਵਿਟੀ ਨੂੰ ਇਨਕਰੀਜ਼ ਕਰ ਸਕਣ। ਐਂਡ ਇਹਦੇ ਨਾਲ ਕੀ ਹੋਏਗਾ, ਜਦੋਂ ਹੈਲਦੀ ਕੰਪੀਟੀਸ਼ਨ ਨਹੀਂ ਹੋਏਗਾ ਤਾਂ ਉਹਦੇ ਨਾਲ ਮਾਰਜਨਲ ਓਨਰਸ ਹੈ, ਚਾਹੇ ਉਹ ਕਿਸਾਨ ਹੋਣ, ਚਾਹੇ ਉਹ ਦੂਸਰੇ ਓਨਰਸ ਹੋਣ, ਇੰਡੀਅਨ ਓਨਰਸ ਜਿਨ੍ਹਾਂ ਕੋਲ ਓਨੇ ਸੋਰਸਿਸ ਨਹੀਂ ਹੈ, ਤਾਂ ਉਹ ਡਿਪਰੈਸਡ ਹੁੰਦੇ ਜਾਣਗੇ। ਸਪਰੈਡ ਆਫ ਕੰਜ਼ਿਊਮਰਿਜ਼ਮ ਸਪਰੈਡ ਹੋ ਗਿਆ MNCs ਦੇ ਨਾਲ, LPG ਦੇ ਨਾਲ, ਬਿਕੋਜ਼ ਸਾਡੇ ਕੋਲ ਵਰਾਇਟੀ ਆਫ ਪ੍ਰੋਡਕਟਸ ਆਉਣੇ ਸ਼ੁਰੂ ਹੋ ਗਏ। ਵਰਾਇਟੀ ਆਫ ਪ੍ਰੋਡਕਟ ਜਦੋਂ ਸਾਡੇ ਕੋਲ ਅਵੇਲੇਬਲ ਹੁੰਦੇ ਹੈ ਤਾਂ ਸਾਡੀ ਹਮੇਸ਼ਾ ਸਪੈਂਡਿੰਗ ਥ੍ਰੈਫਟ ਹੈ ਜਿਹੜੀ ਉਹ ਇਨਕਰੀਜ਼ ਹੋ ਜਾਂਦੀ ਹੈ। ਅਸੀਂ ਜ਼ਿਆਦਾ ਸਪੈਂਡ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜਿੰਨੀਆਂ ਤੁਹਾਡੇ ਕੋਲ ਆਪਸ਼ਨਸ ਜ਼ਿਆਦਾ ਹੋਣਗੀਆਂ ਉਹਨਾਂ ਤੁਸੀਂ ਜ਼ਿਆਦਾ ਕਰਦੇ ਆ। ਅਰਲੀਅਰ ਅਗਰ ਅਸੀਂ ਪਾਸਟ ਦੇਖੀਏ ਤਾਂ ਸਾਡੇ ਜਿੰਨੇ ਵੀ ਬਜ਼ੁਰਗ ਹੈ ਉਹਨਾਂ ਨੂੰ ਤੁਸੀਂ ਕਦੇ ਵੀ ਨਹੀਂ ਦੇਖਿਆ ਹੋਏਗਾ ਕਿ ਉਹ ਲੋਨ ਲੈਂਦੇ ਸੀ। ਲੋਨ ਉਹਨਾਂ ਦੇ ਲਈ ਬਹੁਤ ਵੱਡੀ ਚੀਜ਼ ਹੁੰਦੀ ਸੀ। ਅਸੀਂ ਨਿੱਕੀ ਜਿਹੀ ਚੀਜ਼ ਦੇ ਉੱਤੇ ਲੋਨ ਲੈ ਲੈਂਦੇ ਹਾਂ। ਈਵਨ ਦੋ ਬਜਾਜ ਫਾਈਨਾਂਸ ਵਾਲਿਆਂ ਨੇ ਤਾਂ ਉਸ ਤੋਂ ਵੀ ਸੌਖਾ ਕਰ ਦਿੱਤਾ ਹੈ, ਕਾਰਡਸ ਬਣਾ ਕੇ ਦੇ ਦਿੱਤੇ। ਜਦੋਂ ਤੁਹਾਨੂੰ ਜ਼ਰੂਰਤ ਹੈ ਤੁਸੀਂ ਐਵਰੀਥਿੰਗ ਯੂ ਆਰ ਬਾਇੰਗ ਔਨ ਦਾ ਲੋਨਸ। ਉਹਦੇ ਨਾਲ ਕੀ ਹੋਇਆ, ਤੁਸੀਂ ਆਪਣੀ ਜਿੰਨੀ ਵੀ ਤੁਹਾਡੀ ਪਾਵਰ ਹੈ ਤੁਸੀਂ ਉਸ ਤੋਂ ਵੱਧ ਜਾ ਕੇ ਸਪੈਂਡ ਕਰ ਰਹੇ ਹੋ। ਅਗਰ ਤੁਸੀਂ ਉਸ ਤੋਂ ਵੱਧ ਜਾ ਕੇ ਸਪੈਂਡ ਕਰ ਰਹੇ ਹੋ, ਇਟ ਮੀਨਸ ਤੁਸੀਂ ਬੋਰੋ ਕਰ ਰਹੇ ਹੋ। ਜਿੰਨਾ ਤੁਹਾਡੀ ਕਪੈਸਿਟੀ ਨਹੀਂ ਹੈ ਉਸ ਤੋਂ ਕਪੈਸਿਟੀ ਤੋਂ ਜ਼ਿਆਦਾ ਬੋਰੋ ਕਰ ਰਹੇ ਹਾਂ। ਔਰ ਇਹਦੇ ਨਾਲ ਕੀ ਹੋਏਗਾ ਕਿ ਹਾਊਸ ਹੋਲਡ ਕੰਜ਼ਿਊਮਰਿਜ਼ਮ ਰਾਈਜ਼ ਕਰ ਜਾਂਦਾ ਹੈ। ਅਗਰ ਅਸੀਂ ਕਹਿੰਦੇ ਆਗੇ ਕਿ ਸਾਡੀ ਜਿਹੜੀ ਸਪੈਂਡਿੰਗ ਥੈਫਟ ਇਨਕਰੀਜ਼ ਹੁੰਦੀ ਹੈ, ਅਗਰ ਤਾਂ ਇਨਵੈਸਟਮੈਂਟਸ ਦੇ ਵਿੱਚ ਇਨਕਰੀਜ਼ ਹੋ ਰਹੀ ਹੈ, ਦੈਨ ਇਟਸ ਗੁੱਡ ਫॉर ਦ ਇਕੋਨਮੀ, ਕਿਉਂਕਿ ਅਸੀਂ ਇਨਵੈਸਟਮੈਂਟ ਕਰ ਰਹੇ, ਇਨਵੈਸਟਮੈਂਟ ਦੇ ਨਾਲ ਗਰੋਥ ਪ੍ਰੋਸੈਸ ਹੋਏਗੀ। ਬਟ ਕੰਜ਼ਿਊਮਰਿਜ਼ਮ ਮੀਨਸ ਇਟਸ ਅ ਬਰਡਨ ਔਨ ਦ ਕੰਜ਼ਿਊਮਰਸ। ਦੈਨ ਲੋਪਸਾਈਡਡ ਗਰੋਥ ਪ੍ਰੋਸੈਸ ਤਾਂ ਹੋਈ,
ਬਟ ਇਨਕਲੂਸਿਵ ਨਹੀਂ ਸੀ। ਇਨਕਲੂਸਿਵ ਮੀਨਸ ਆਲ ਸੈਕਟਰਸ ਨੂੰ ਇਹਨਾਂ ਨੇ ਕਵਰ ਨਹੀਂ ਕੀਤਾ। ਆਲਰੇਡੀ ਅਸੀਂ ਦੇਖਿਆ ਕਿ ਸਾਡੀ ਜਿਹੜੀ ਗਰੋਥ ਪ੍ਰੋਸੈਸ ਹੈ, ਐਗਰੀਕਲਚਰ ਨੂੰ ਇਹਨਾਂ ਨੇ ਨਿਗਲੈਕਟ ਕੀਤਾ। ਅਗਰ ਐਗਰੀਕਲਚਰ ਨੂੰ ਨਿਗਲੈਕਟ ਕੀਤਾ ਹੈ ਤਾਂ ਸਿਰਫ ਇੰਡਸਟਰੀਜ਼ ਅਤੇ ਸਰਵਿਸ ਸੈਕਟਰ ਨੂੰ ਇਹਨਾਂ ਨੇ ਪ੍ਰਮੋਟ ਕੀਤਾ। ਔਰ ਸਰਵਿਸ ਸੈਕਟਰ ਪ੍ਰਮੋਟ ਕਿਸ ਚੀਜ਼ ਕਰਕੇ ਹੋਇਆ? IT ਸੈਕਟਰ ਦੇ ਕਰਕੇ। IT ਸੈਕਟਰ ਨੂੰ ਇਹਨਾਂ ਨੇ ਜ਼ਿਆਦਾ ਫੋਕਸ ਕੀਤਾ ਤਾਂ ਉਹਦੇ ਕਰਕੇ। ਔਰ ਜਦੋਂ ਅਸੀਂ ਫਾਰਮਿੰਗ ਸੈਕਟਰ ਨੂੰ ਨਿਗਲੈਕਟ ਕਰ ਰਹੇ ਹਾਂ ਤਾਂ ਉਹਦੇ ਨਾਲ ਸਾਡੀ ਜਿਹੜੀ ਪ੍ਰੋਪਰ ਜਿੰਨੀਆਂ ਵੀ ਸਾਡੀਆਂ ਜਿਹੜੀਆਂ ਕ੍ਰੌਪਸ ਹੈਗੀਆਂ ਉਹਨਾਂ ਨੂੰ ਅਸੀਂ ਫੋਰਨ ਮਾਰਕੀਟ ਦੇ ਵਿੱਚ ਜਦੋਂ ਸੇਲ ਕਰਨਾ ਸਟਾਰਟ ਕਰ ਦਿੰਦੇ ਹਾਂ ਤਾਂ ਸਾਡੇ ਕੋਲ ਉਨੇ ਸੋਰਸਿਸ ਨਹੀਂ ਹੈ ਜਿੰਨਾ ਅਸੀਂ ਆਪਣੇ ਸੋਰਸਿਸ ਤੋਂ ਅਬਵ ਜਾ ਕੇ ਕਰ ਰਹੇ ਹੈਗੇ। ਔਰ ਇਹਦੇ ਨਾਲ ਕੀ ਹੋਇਆ ਕਿ ਜਦੋਂ ਸਾਡੀਆਂ ਜਿਹੜੀਆਂ ਨੀਡਸ ਹੈ ਫੁੱਲਫਿਲ ਨਹੀਂ ਹੋ ਰਹੀਆਂ, ਅਸੀਂ ਕੈਸ਼ ਕ੍ਰੌਪਸ ਆ ਜਿਹੜੀਆਂ ਫੋਰਨ ਮਾਰਕੀਟ ਦੇ ਵਿੱਚ ਲੈ ਗਏ। ਇਹਦੇ ਨਾਲ ਸਾਡੀ ਜਿਹੜੀ ਆਪਣੀ ਡੋਮੈਸਟਿਕ ਸਪਲਾਇਰਸ ਹੈ ਉਹ ਰਿਡਿਊਸ ਹੋ ਗਏ। ਔਰ ਇੱਦਾਂ ਅਗਰ ਅਸੀਂ ਗ੍ਰੀਨ ਰੈਵੋਲਿਊਸ਼ਨ ਨਾ ਹੁੰਦਾ ਤਾਂ ਸਾਡੇ ਕੋਲ ਆਪਣੀ ਸਰਵਾਈਵਲ ਨੀਡਸ ਫੁੱਲਫਿਲ ਕਰਨ ਦੇ ਲਈ ਵੀ ਮਨੀ ਨਹੀਂ ਸੀ ਹੋਣੀ। ਦੈਨ ਕਲਚਰਲ ਇਰੋਜ਼ਨ, LPG ਦਾ ਸਿੱਧਾ ਇਫੈਕਟ ਪਿਆ ਕਲਚਰ ਦੇ ਉੱਤੇ, ਬਿਕੋਜ਼ ਅਸੀਂ ਵੈਸਟਰਨਾਈਜੇਸ਼ਨ ਨੂੰ ਅਡੋਪਟ ਕਰ ਲਿਆ ਬਿਨਾਂ ਇਹ ਸੋਚੇ ਸਮਝੇ ਕਿ ਵੈਸਟਰਨਾਈਜੇਸ਼ਨ ਦਾ ਸਾਡੀ ਇਕੋਨਮੀ ਦੇ ਉੱਤੇ ਕੀ ਇਫੈਕਟ ਪਏਗਾ। ਜਿੰਨੇ ਵੀ ਸਾਡੇ ਪੈਰਾਮੀਟਰਸ ਹੈ ਅਸੀਂ ਉਹਨਾਂ ਨੂੰ ਇਹ ਤਾਂ ਕਹਿੰਦੇ ਹਾਂ ਕਿ ਅਸੀਂ ਬਹੁਤ ਡਿਵੈਲਪ ਹੋ ਗਏ ਹਾਂ, ਅਸੀਂ ਆਹ ਵਾਲਾ ਕਲਚਰ ਅਡੋਪਟ ਕਰ ਰਹੇ ਹਾਂ, ਅਸੀਂ ਆਹ ਵਾਲਾ ਕਲਚਰ ਅਡੋਪਟ ਕਰ ਰਹੇ ਹਾਂ, ਬਟ ਆਪਣਾ ਕਲਚਰ ਸਾਡਾ ਕਿੱਥੇ ਜਾ ਰਿਹਾ ਹੈ ਉਹਦੇ ਲਈ ਅਸੀਂ ਕਦੇ ਸੋਚਦੇ ਹੀ ਨਹੀਂ ਹੈ। ਹਰ ਇੱਕ ਫੈਮਿਲੀ ਦੇ ਵਿੱਚ ਆਪਣੇ ਆਪ ਨੂੰ ਇਕਨੋਮਿਕਲੀ ਇੰਡੀਪੈਂਡੈਂਟ ਹੋਣਾ ਚਾਹੁੰਦਾ ਹੈ। ਅਗਰ ਅਸੀਂ ਪ੍ਰੀਵੀਅਸਲੀ ਦੇਖੀਏ ਹਾਰਡਲੀ ਵੂਮੈਨ ਜਿਹੜੇ ਵਰਕਿੰਗ ਵੂਮੈਨਸ ਹੈ ਉਹਨਾਂ ਦੀ ਰੇਸ਼ੀਓ ਬਹੁਤ ਥੋੜ੍ਹੀ ਹੁੰਦੀ ਸੀ ਐਜ਼ ਕੰਪੇਅਰ ਟੂ ਮੈਨ ਕੰਮ ਕਰਕੇ ਲੈ ਕੇ ਆਉਂਦੇ ਸੀ, ਵੂਮੈਨ ਆਪਣੀ ਜਿਹੜੀ ਫੈਮਿਲੀ ਆ ਉਹਨਾਂ ਨੂੰ ਰਨ ਕਰਦੇ ਸੀ। ਬਟ ਹੁਣ ਕੀ ਹੈ, ਮੈਨ ਵੂਮੈਨ ਅਸੀਂ ਕਹਿੰਦੇ ਹਾਂ ਬਰਾਬਰ ਹੈ। ਅਗਰ ਬਰਾਬਰ ਹੈ ਤਾਂ ਉਹਨਾਂ ਦੀ ਜਿਹੜੀਆਂ ਸੋਸ਼ਲ ਰਿਸਪੋਂਸੀਬਿਲਿਟੀਜ਼ ਹੈ ਟੂਵਰਡ ਦ ਫੈਮਿਲੀ ਉਹਨੂੰ ਕੌਣ ਉਹ ਕਰ ਰਿਹਾ? ਅਸੀਂ ਨਿਊਕਲੀਅਰ ਫੈਮਲੀਜ਼ ਦੀ ਗੱਲ ਕਰਦੇ। ਨਿਊਕਲੀਅਰ ਫੈਮਲੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਡਿਪਰਾਈਵ ਕੌਣ ਹੋ ਰਿਹਾ? ਬੱਚੇ ਹੋ ਰਹੇ ਆ। ਪਹਿਲੀ ਕਿ ਸਾਡੇ ਕੋਲ ਬੱਚੇ ਬਹੁਤ ਥੋੜ੍ਹੇ ਹੈ, ਹਰ ਫੈਮਿਲੀ ਦੇ ਵਿੱਚ ਹਾਰਡਲੀ 1 or 2। ਅਗਰ 2 ਹੈ ਦੈਨ ਇਟਸ ਇਨਫ ਕਿ ਅਸੀਂ ਉਹ ਆਪਣੇ ਇੱਕ ਦੂਸਰੇ ਦੇ ਨਾਲ ਆਪਣੀਆਂ ਜਿਹੜੀਆਂ ਨੀਡਸ ਆਗੀਆਂ ਉਹ ਸਾਂਝੀਆਂ ਕਰ ਲੈਂਦੇ, ਉਹਨਾਂ ਦੀਆਂ ਰਿਕੁਆਇਰਮੈਂਟਸ ਹੁੰਦੀਆਂ। ਬਟ ਅਗਰ ਸਿੰਗਲ ਚਾਈਲਡ ਹੈ ਤਾਂ ਉਹ ਕਿੱਦਾਂ ਦੀ ਜਿਹੜੀ ਸੋਸ਼ਲ ਐਕਟੀਵਿਟੀਜ਼ ਆ ਉਹ ਕਿੱਦਾਂ ਦੀਆਂ ਉਹਦੀਆਂ ਹੋਣਗੀਆਂ? ਬਿਕੋਜ਼ ਸੋਸ਼ਲਾਈਜੇਸ਼ਨ ਤਾਂ ਹੈ ਹੀ ਨਹੀਂ ਹੈ। ਮਦਰ ਫਾਦਰ ਉਹਨਾਂ ਕੋਲ ਨਹੀਂ ਬੈਠ ਰਹੇਗੇ। ਫਸਟ ਹਰ ਕੋਈ ਆਪਣੀ ਜਿਹੜੀ ਸਾਡੇ ਕੋਲ ਇਕਨੋਮਿਕਲੀ ਇੰਡੀਪੈਂਡੈਂਟ ਹੋਣ ਦੇ ਲਈ ਉਹਨਾਂ ਨੂੰ ਇਹ ਨਹੀਂ ਹੈ ਕਿ ਅਸੀਂ ਆਪਣੀ ਜਿਹੜੀ ਫੈਮਿਲੀ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਰਨ ਕਰਨਾ। ਉਹਨਾਂ ਦੀ ਜਿਹੜੀ ਆਪਣੀ ਰਿਸਪੋਂਸੀਬਿਲਿਟੀਜ਼ ਟੂਵਰਡ ਦ ਫੈਮਿਲੀ ਆ ਉਹ ਪਿੱਛੇ ਛੱਡ ਰਹੇ ਆ। ਸੈਕਿੰਡ, ਲੋਇਲਟੀ ਟੂਵਰਡ ਦ ਫੈਮਿਲੀ। ਲੋਇਲਟੀ ਦੇ ਵਿੱਚ ਉਹਨਾਂ ਦੇ ਜਿਹੜੇ ਜਿੰਨੇ ਵੀ ਸਟਰੋਂਗ ਰਿਲੇਸ਼ਨ ਸੀਗੇ ਉਹ ਖਤਮ ਹੁੰਦੇ ਜਾ ਰਹੇ ਆ। ਵਿਚ ਵੇ ਟੂ ਗੋ? ਕੀ ਸਾਨੂੰ LPG ਨੂੰ ਅਡੋਪਟ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਇਟਸ ਆਲਵੇਜ਼ ਅ ਡਿਬੇਟੇਬਲ ਇਸ਼ੂ, ਬਿਕੋਜ਼ ਸਾਡੇ ਕੋਲ ਬਹੁਤ ਸਾਰੇ ਪ੍ਰੋਜ਼ ਵੀ ਹੈ, ਬਹੁਤ ਸਾਰੇ ਕੌਨਸ ਵੀ ਹੈ। ਅਗਰ ਅਸੀਂ ਪ੍ਰੋਜ਼ ਐਂਡ ਕੌਨਸ ਨੂੰ ਲੈ ਕੇ ਚੱਲਦੇ ਹਾਂ ਤਾਂ ਹਾਰਡਲੀ ਅਸੀਂ ਕਦੇ ਐਗਰੀ ਕਰਾਂਗੇ ਕਿ ਸਾਡੇ ਕੋਲ LPG ਨੂੰ ਅਡੋਪਟ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਹਰ ਇੱਕ ਦਾ ਆਪਣਾ ਪੁਆਇੰਟ ਆਫ ਵਿਊ ਹੁੰਦਾ ਹੈ। ਬਟ ਫਿਰ ਵੀ ਅਗਰ ਅਸੀਂ ਦੇਖੀਏ ਕਿਤੇ ਨਾ ਕਿਤੇ ਇਹਨੇ ਗਰੋਥ ਪ੍ਰੋਸੈਸ ਆ ਜਿਹੜੀ ਉਹਨੂੰ ਫਾਸਟਰ ਕੀਤਾ ਹੈ, ਸਾਡੀ ਉਹ ਫਾਸਟਰ ਹੋਈ ਹੈ। ਦੈਨ ਹਾਊਐਵਰ ਸਾਡੇ ਕੋਲ ਕੰਪਲਸ਼ਨ ਸੀਗੀ ਕਿ ਅਸੀਂ ਐਬਜੈਕਟ ਪਾਵਰਟੀ ਹੈ ਜਿਹੜੀ, ਜਾਂ ਸਾਡੇ ਕੋਲ ਜਿੰਨੇ ਵੀ ਰਿਸੋਰਸਿਸ ਹੈਗੇ ਅਸੀਂ ਉਹਨਾਂ ਨੂੰ ਦੇਖੀਏ। ਦੈਨ ਅਗਰ ਅਸੀਂ ਉਹਨਾਂ ਰਿਸੋਰਸਿਸ ਨੂੰ, ਸਾਡੇ ਕੋਲ ਕੁਛ ਇਹਨਾਂ ਨੇ ਪ੍ਰੀਕਾਸ਼ਨਸ ਦਿੱਤੀਆਂ ਹੋਈਆਂ ਹੈਗੀਆਂ, ਨੋਟੇਬਲ ਪ੍ਰੀਕਾਸ਼ਨਸ ਦੇ ਹੈਵ ਗਿਵਨ। ਸਾਨੂੰ LPG ਨੂੰ ਅਡੋਪਟ ਤਾਂ ਕਰਨਾ ਚਾਹੀਦਾ ਬਟ ਅੰਡਰ ਸਮ ਨੋਟੇਬਲ ਪ੍ਰੀਕਾਸ਼ਨਸ। ਫਸਟ ਪ੍ਰੀਕਾਸ਼ਨਸ ਦੇ ਹੈਵ ਗਿਵਨ ਕਿ ਅਸੀਂ ਆਪਣੇ ਆਪ ਨੂੰ ਬਿਗ ਪਲੇਅਰਸ ਜਿੰਨੇ ਵੀ ਹੈ ਉਹਨਾਂ ਦੇ ਕੋਲ ਸਰੈਂਡਰ ਨਾ ਕਰੀਏ। ਸੈਕਿੰਡ, ਅਸੀਂ ਆਪਣਾ ਜਿੰਨਾ ਵੀ ਸਾਡਾ ਡੋਮੈਸਟਿਕ ਪ੍ਰੋਡਿਊਸਰਸ ਹੈ ਉਹ ਆਪਣਾ ਜਿਹੜਾ ਇਕਨੋਮਿਕ ਇੰਟਰਸਟ ਹੈ ਉਹਨੂੰ ਕੰਪਰੋਮਾਈਜ਼ ਨਾ ਕਰਨ। ਫ੍ਰੀ ਫਲੋ ਅਸੀਂ ਕਹਿੰਦੇ ਹਾਂ, ਫ੍ਰੀ ਐਕਸੈਸ ਟੂ ਦਾ ਫੋਰਨ ਇਨਵੈਸਟਰਸ, ਬਟ ਉਹਨਾਂ ਦੇ ਸਾਹਮਣੇ ਸਾਡੇ ਜਿਹੜੇ ਡੋਮੈਸਟਿਕ ਇਨਵੈਸਟਰਸ ਹੈ, ਡੋਮੈਸਟਿਕ ਪ੍ਰੋਡਿਊਸਰਸ ਹੈ, ਉਹਨਾਂ ਨੂੰ ਕਦੇ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਔਰ ਨੈਕਸਟ, ਇਕਨੋਮਿਕਲ ਸੁਪਰਵੈਂਟ ਜਿੰਨੇ ਵੀ ਸਾਡੇ ਕੋਲ ਮਲਟੀਨੈਸ਼ਨਲ ਕਾਰਪੋਰੇਸ਼ਨਸ ਆਉਂਦੀਆਂ, ਅਸੀਂ ਇੰਨੇ ਕੁ ਦੇਖੀਏ ਕਿ ਅਸੀਂ ਉਹਨਾਂ ਦੇ ਉੱਤੇ ਹੀ ਨਾ ਡਿਪੈਂਡ ਕਰ ਜਾਈਏ। ਅਸੀਂ FDI ਨੂੰ ਪ੍ਰਮੋਟ ਤਾਂ ਕਰਦੇ ਹਾਂ ਕਿ ਸਾਡੇ ਕੋਲ FDI FII ਹੋਣੀ ਚਾਹੀਦੀ ਹੈ।
ਅਗਰ FDI ਹੋਣੀ ਚਾਹੀਦੀ ਹੈ ਤਾਂ ਉਹ ਉਹਨਾਂ ਏਰੀਆਜ਼ ਦੇ ਵਿੱਚ ਹੋਵੇ ਜਿੱਥੇ ਇਨਫਰਾਸਟ੍ਰਕਚਰ ਨੂੰ ਇੰਪਰੂਵ ਕੀਤਾ ਜਾਣਾ, ਨਾ ਕਿ ਉਹਨਾਂ ਏਰੀਆਜ਼ ਦੇ ਵਿੱਚ ਜਿਵੇਂ ਅਸੀਂ ਰਿਟੇਲ ਟ੍ਰੇਡਿੰਗ ਜਾਂ ਫਾਸਟ ਫੂਡ ਜੰਕਸ਼ਨਸ ਦੀ ਗੱਲ ਕਰਦੇ ਹਾਂ, KFCs, ਡੋਮੀਨੋਜ਼। ਦਿਸ ਇਜ਼ ਜਸਟ ਫॉर द ਸਪਰੈਡਿੰਗ ਆਫ ਦ ਕੰਜ਼ਿਊਮਰਿਜ਼ਮ। ਇਹਦੇ ਨਾਲ ਸਾਡੀ ਇਕਨੋਮੀ ਦੀ ਜਿਹੜੀ ਰਿਸੋਰਸਿਸ ਹੈ ਉਹ ਯੂਟੀਲਾਈਜ਼ ਹੋ ਜਾਣਗੇ, ਉਹਨਾਂ ਤੋਂ ਕੋਈ ਪ੍ਰੋਡਕਟਿਵ ਵੇ ਨਹੀਂ ਆਉਣਾ। ਅਗਰ ਅਸੀਂ ਪ੍ਰੋਡਕਟਿਵਿਟੀ ਨੂੰ ਇਨਕਰੀਜ਼ ਕਰਨਾ ਚਾਹੁੰਦੇ ਹਾਂ ਤਾਂ FDI ਨੂੰ ਜ਼ਿਆਦਾ ਤੋਂ ਜ਼ਿਆਦਾ ਇਨਫਰਾਸਟ੍ਰਕਚਰ ਦੇ ਲਈ ਯੂਟੀਲਾਈਜ਼ ਕੀਤਾ ਜਾਣਾ ਚਾਹੀਦਾ। ਥੈਂਕ ਯੂ।